ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਗਵਾਰਰੀ ਮਹੱਲੇ ਪਹਿਲੇ ਦੀ ਚੌਥੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰਰੀ ਮਹੱਲਾ ਪਹਿਲਾ। ਹੋਮੇ ਕਰਤਿਆਂ ਨੈ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ। ਸਗਲ ਬਗੂਤੇ ਭਾਵੇ ਦੋਏ, ਸੋ ਕਮਾਵੇ ਤੁਰ ਲਿਖਿਆ ਹੋਏ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ ਰਹਾਓ। ਅਦਿਸ਼ਟ ਦਿਸੇ ਤਾਂ ਕਿਹਾ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ। ਗੁਰਮੁਖ ਦੀਸੇ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵ ਲਾਏ। ਸੁਖ ਮੰਗਤ ਦੁਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਏਕ ਬਿਨਾ ਝੂਠੇ ਮੁਕਤ ਨ ਕੋ ਹੋਏ, ਕਰ ਕਰ ਕਰਤਾ ਦੇਖੇ ਸੋਏ। ਤ੍ਰਿਸ਼ਨਾ ਅਗਨ ਸ਼ਬਦ ਬਜਾਏ, ਦੂਜਾ ਪਰਮ ਸਹਿਜ ਸੁਭਾਏ। ਗੁਰਮਤੀ ਨਾਮ ਹਿਰਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਤਨ ਮੇ ਸਾਚੋ ਗੁਰਮੁਖ ਭਾਓ, ਨਾ ਬਿਨਾ ਨਾਹੀ ਨਿਜ ਠਾਓ। ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੇ ਨਾਓ। ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਕੁਚੀਲ ਕੁਛਿਤ ਬਿਕਰਾਲਾ। ਸਤਿਗੁਰ ਸੇਵੇ ਚੁਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਗੁਰਮੁਖ ਬੂਝੇ ਏਕ ਲਿਵ ਲਾਏ, ਨਿਜ ਘਰ ਵਾਸੇ ਸਾਚ ਸਮਾਏ। ਜੰਮਣ ਮਰਨਾ ਠਾਕ ਰਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਕਥਨੀ ਕਥੋ ਨ ਆਵੇ ਓਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ। ਦੁਖ ਸੁਖ ਪਾਣੇ ਤਿਸੇ ਰਜਾਏ, ਨਾਨਕ ਨੀਚ ਕਹੇ ਲਿਵ ਲਾਏ। ਕਥਨੀ ਕਥਿਓ ਨ ਆਵੇ ਓਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ। ਦੁਖ ਸੁਖ ਪਾਣੇ ਤਿਸੇ ਰਜਾਏ, ਨਾਨਕ ਨੀਚ ਕਹੇ ਲਿਵ ਲਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਜੀਵ ਗੁਰਮੁਖੋ, ਹਉਮੈ ਦੀ ਮੈਂ ਕਰਦਿਆਂ ਕਦੀ ਵੀ ਕਿਸੇ ਨੂੰ ਆਤਮਿਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਆਪਣੇ ਮਨ ਦੀ ਮਤ ਝੂਠੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਸ੍ਰਿਸ਼ਟੀ ਦਾ ਸਿਰਜਣਹਾਰ ਪਰਮੇਸ਼ਰ ਸਦਾ ਸਥਿਰ ਰਹਿਣ ਵਾਲਾ ਹੈ ਜੀ, ਸਦਾ ਕਾਇਮ ਰਹਿਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦਵੈਤ ਭਾਵ ਹਉਮੈ ਵਿੱਚ ਸਾਰੇ ਖੁਹਾਰ ਹੋ ਰਹੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਸਭ ਨੂੰ ਦਵੈਤ ਭਾਵ ਹਉਮੈ ਮਾਇਆਵੀ ਵਿਕਾਰ ਚੰਗੇ ਲੱਗਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜੀਵ ਉਹੀ ਕਰਮ ਕਮਾਉਂਦੇ ਹਨ ਜੀ, ਜਿਨ੍ਹਾਂ ਦੇ ਤੁਰ ਤੋਂ ਉਹਨਾਂ ਦੇ ਭਾਗਾਂ ਵਿੱਚ ਨਾਮ ਲਿਖਿਆ ਹੋਇਆ ਹੁੰਦਾ ਹੈ ਜੀ। ਐਸਾ ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਗੁਰਮੁਖੋ, ਮੈਂ ਜਗਤ ਸੰਸਾਰ ਨੂੰ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਭਾਵ ਮੈਂ ਸਾਰੇ ਜਗ ਸੰਸਾਰ ਨੂੰ ਦੇਖਿਆ ਹੈ ਕਿ ਇਹ ਮੂਰਖ ਸਾਰੇ ਜੁਆਰੀ ਭਾਵ ਜੂਏਬਾਜ਼ ਹੀ ਹਨ ਜੀ, ਅਤੇ ਮਾਇਆ ਹਉਮੈ ਵਿੱਚ ਹੀ ਫਸੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਸਾਰਾ ਜਗਤ ਨਾਮ ਨੂੰ ਵਿਸਾਰ ਕੇ, ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਸਾਰ ਕੇ ਬਾਕੀ ਹੋਰ ਸਾਰੇ ਸੁੱਖ ਮੰਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਗੁਰਮੁਖੋ, ਉਹ ਪਰਮੇਸ਼ਰ ਅਦਿਸ਼ਟ ਹੈ, ਭਾਵ ਨਜ਼ਰ ਨਹੀਂ ਆਉਂਦਾ, ਦਿਸਣ ਤੋਂ ਰਹਿਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਪਰਮੇਸ਼ਰ ਦਿਸਦਾ ਹੋਵੇ, ਨਜ਼ਰ ਆਉਂਦਾ ਹੋਵੇ, ਤਾਂ ਉਸ ਦੀ ਫੋਟੋ ਬਾਰੇ, ਸੂਰਤ ਬਾਰੇ, ਮੂਰਤ ਬਾਰੇ ਕੁਛ
ਦੱਸਿਆ ਜਾਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਨੂੰ ਵੇਖੇ ਬਿਨਾ ਜੋ ਕਹਿਣਾ ਹੈ ਉਹ ਵਿਅਰਥ ਹੈ ਜੀ। ਕਹਿਣਾ ਕਥਨ ਨ ਜਾਈ, ਭਾਵ ਉਸ ਨੂੰ ਪਰਮੇਸ਼ਰ ਨੂੰ ਵੇਖੇ ਬਿਨਾ ਕਿਸ ਤਰ੍ਹਾਂ ਅਸੀਂ ਕੁਛ ਕਹਿ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਸਹਿਜ ਸੁਭਾਵਕ ਹੀ ਦਿਸ ਪੈਂਦਾ ਹੈ ਜੀ। ਭਾਵ ਉਸ ਦੀ ਹੋਂਦ ਅਸੀਂ ਮਹਿਸੂਸ ਕਰ ਸਕਦੇ ਹਾਂ ਜੀ ਅਤੇ ਉਸਨੂੰ ਵੇਖ ਵੀ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਆ ਫਿਰ ਆਪਣੇ ਆਪ ਹੀ ਗੁਰਮੁਖਾਂ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਵਿੱਚ ਸੁਰਤ ਜੁੜਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹ ਗੁਰਮੁਖ ਉਸ ਇੱਕ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਗੁਰਮੁਖੋ ਦੁਨਿਆਵੀ ਸੁੱਖ ਮੰਗਦਿਆਂ ਅਸੀਂ ਵਿਕਾਰਾਂ ਦਾ ਵੀ ਹਾਰ, ਭਾਵ ਵਿਕਾਰ ਪ੍ਰਾਪਤ ਕਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਸੁੱਖ ਵਿੱਚ ਦੁੱਖ, ਭਾਵ ਮਾਇਆਵੀ ਵਿਕਾਰਾਂ ਦਾ ਅਸੀਂ ਹਾਰ ਪਰੋ ਲੈਂਦੇ ਹਾਂ ਜੀ। ਭਾਵ ਬਹੁਤ ਹੀ ਜ਼ਿਆਦਾ ਮਾਇਆਵੀ ਵਿਕਾਰ ਅਸੀਂ ਅਪਣਾ ਲੈਂਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਸਾਰਾ ਕੁਝ ਝੂਠ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੁਕਤ ਨਾ ਹੋਏ, ਭਾਵ ਇਸ ਝੂਠ ਵਿੱਚ ਲੱਗਿਆਂ ਕੋਈ ਮੁਕਤ ਨਹੀਂ ਹੋ ਸਕਦਾ ਜੀ, ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜੋ ਕਰਤਾ ਪੁਰਖ ਹੈ ਜਿਸਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਜੀ, ਇਹ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਜ ਕੇ ਇਹ ਸਭ ਕੁਝ ਉਹ ਨਜ਼ਾਰੇ ਉਹ ਆਪ ਹੀ ਵੇਖ ਰਿਹਾ ਹੈ ਜੀ, ਆਪ ਹੀ ਸਭ ਵਾਸਤੇ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਗੁਰਮੁਖੋ ਜਿਹੜੇ ਗੁਰਮੁਖ ਗੁਰੂ ਦੇ ਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੀਆਂ ਤ੍ਰਿਸ਼ਨਾਵਾਂ ਦੀ ਅਗਨੀ ਬੁਝਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦਾ ਦੂਜਾ ਭਰਮ, ਭਾਵ ਉਹਨਾਂ ਦੇ ਦਵੈਤ ਭਾਵ ਮਾਇਆਵੀ ਵਿਕਾਰ ਸੁਭਾਵਕ ਹੀ ਦੂਰ ਹੋ ਜਾਂਦੇ ਹਨ, ਭਾਵ ਕਾਬੂ ਵਿੱਚ ਆ ਜਾਂਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਗਿਆਨ ਦੁਆਰਾ ਗੁਰਮੁਖ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਸੱਚੀ ਬਾਣੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਹਰੀ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸਾਡੇ ਤਨਵੇਂ, ਭਾਵ ਸਾਡੇ ਸਰੀਰ ਵਿੱਚ ਹਿਰਦੇ ਵਿੱਚ ਤਨ, ਭਾਵ ਸਾਡੇ ਅੰਦਰ ਹਿਰਦੇ ਤਨ ਮਨ ਹਿਰਦੇ ਵਿੱਚ ਉਹ ਸੱਚਾ ਪਰਮੇਸ਼ਰ ਹਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰੂ ਦੇ ਗਿਆਨ ਦੁਆਰਾ ਹੀ ਉਸ ਨਾਲ ਪਿਆਰ ਪੈਦਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਜੀਵ ਆਪਣੇ ਨਿਜ ਸਥਾਨ 'ਤੇ ਨਹੀਂ ਪਹੁੰਚ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਿਆਰਾ ਹਰੀ ਰਾਜਾ ਪਰਮੇਸ਼ਰ ਪਿਆਰ ਦੇ ਵਸ ਹੈ ਜੀ, ਉਸਨੂੰ ਪਿਆਰ ਚੰਗਾ ਲੱਗਦਾ ਹੈ ਜੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਭਾਵ ਉਹ ਗਿਆਨ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨਾਲ ਜੁੜ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਜੀਵ ਗੁਰਮੁਖਾਂ ਉੱਤੇ ਜਿਨ੍ਹਾਂ ਜੀਵ ਗੁਰਮੁਖਾਂ ਉੱਤੇ ਪਰਮੇਸ਼ਰ ਆਪਣੀ ਨਜ਼ਰ ਕਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਬੁੱਝਦੇ, ਭਾਵ ਸਮਝਦੇ ਹਨ ਜੀ, ਉਸ ਨਾਲ ਜੁੜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਭਾਈਓ, ਭਾਵ
ਮਾਇਆ ਦਾ ਗੁਰਮੁਖ ਭਾਈਓ, ਮਾਇਆ ਦਾ ਮੋਹ ਭਾਵ ਮਾਇਆਵੀ ਵਿਕਾਰਾਂ ਦਾ ਬੰਧਨ, ਇਹ ਸਾਰਾ ਉਸ ਦਾ ਹੀ ਹਉਮੈ ਦਾ ਹੀ ਬੰਧਨ ਹੈ, ਜਿਸ ਕਰਕੇ ਮਨਮੁਖ ਇਸ ਵਿਕਾਰਾਂ ਵਾਲੇ ਗੰਦੇ, ਬਦਨਾਮ ਤੇ ਡਰਾਉਣੇ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਸਤਿਗੁਰ ਦੇ ਗੁਰ ਗਿਆਨ ਨੂੰ ਸੇਵ ਕੇ ਜਦੋਂ ਸਾਧ ਕੇ ਜਦੋਂ ਮਾਇਆ ਦਾ ਬੰਧਨ ਦੂਰ ਹੁੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਅੰਮ੍ਰਿਤ ਗੁਰਸ਼ਬਦ ਗੁਰਬਾਣੀ ਨਾਮ, ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਜੋ ਸੁਖ ਰੂਪ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਸਦਾ ਆਪਣੇ ਨਾਲ ਵਸਦਾ ਪ੍ਰਤੀਤ ਹੁੰਦਾ ਹੈ ਜੀ। ਭਾਵ ਉਹ ਹਮੇਸ਼ਾ ਆਪਣੇ ਅੰਦਰ ਹੀ ਉਸ ਨੂੰ ਵਸਦਾ ਸਮਝਦੇ ਹਨ ਜੀ, ਉਹਨਾਂ ਦੇ ਅੰਦਰ ਹੀ ਹੁੰਦਾ ਹੈ ਜੀ, ਔਰ ਇਸ ਨੂੰ ਉਹ ਮਹਿਸੂਸ ਕਰ ਸਕਦੇ ਹਨ ਜੀ। ਇਸ ਨਾਲ ਇਸ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਗੁਰੂ ਦੇ ਗਿਆਨ ਵਾਹਿਗੁਰੂ ਪਰਮੇਸ਼ਰ ਨੂੰ ਬੁੱਝਦੇ ਹਨ ਜੀ, ਭਾਵ ਜਾਣਦੇ ਹਨ ਜੀ, ਕਿਉਂਕਿ ਉਹ ਉਸ ਉਹਨਾਂ ਨੂੰ ਉਹ ਉਸ ਇੱਕ ਪਰਮੇਸ਼ਰ ਦੀ ਲਿਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਲੱਗ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਆਪਣੇ ਨਿਜ ਸਰੂਪ ਵਿੱਚ ਵਸਦੇ ਹਨ ਜੀ, ਭਾਵ ਉਹ ਆਪਣੇ ਅਸਲੇ ਸਰੂਪ ਵਿੱਚ ਆ ਜਾਂਦੇ ਹਨ ਜੀ, ਜੋ ਕਿ ਸੱਚ ਹੈ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਸੱਚ ਵਿੱਚ ਸਮਾ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਉਹ ਆਪਣੇ ਜਨਮ ਮਰਨ ਭਾਵ ਆਵਾਗਮਨ ਦੇ ਚੱਕਰ ਦੇ ਭੇਦ ਨੂੰ ਸਮਝ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਪੂਰੇ ਗੁਰੂ ਤੋਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਮੱਤ ਦੁਆਰਾ ਗੁਰਸ਼ਬਦ ਗੁਰੂ ਨਾਲ ਜੁੜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਕਥਨੀ ਦੁਆਰਾ ਕਥਿਆ ਨਹੀਂ ਜਾਂਦਾ ਜੀ, ਭਾਵ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਹ ਤਾਂ ਉਸ ਤੱਕ ਅੱਪੜਨਾ ਬਹੁਤ ਮੁਸ਼ਕਿਲ ਹੈ ਜੀ, ਭਾਵ ਉਹ ਕਥ ਹੈ ਜੀ, ਕਥਿਆ ਨਹੀਂ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਤੋਂ ਪੁੱਛ, ਭਾਵ ਗੁਰੂ ਨੂੰ ਜਾਣ ਕੇ ਗੁਰਸ਼ਬਦ ਗੁਰਬਾਣੀ ਕਿਸ ਤਰ੍ਹਾਂ ਜਾਣਗੇ? ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਰੂ ਨੂੰ ਜਾਣ ਕੇ ਮੈਂ ਇਹ ਵੇਖ ਲਿਆ ਹੈ ਜੀ, ਭਾਵ ਸੋਝੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੱਚਾ ਸੁੱਖ ਦੇਣ ਵਾਲਾ ਦੁਆਰ ਨਹੀਂ ਹੈ ਜੀ, ਭਾਵ ਹੋਰ ਕੋਈ ਰਸਤਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਨੀਵਿਆਂ ਹੋ ਕੇ ਸੁਰਤ ਜੋੜ ਕੇ ਇਹ ਤੱਤ ਵਿਚਾਰ ਕਰਕੇ ਗੁਰਮੁਖ ਆਖਦੇ ਹਨ ਜੀ ਕਿ ਦੁੱਖ ਅਤੇ ਸੁੱਖ ਉਸ ਪਰਮੇਸ਼ਰ ਦੇ ਭਾਣੇ ਇੱਕ ਭਾਣਾ ਹੀ ਹੈ ਜੀ, ਉਹ ਉਸ ਪਰਮੇਸ਼ਰ ਦਾ ਹੀ ਇੱਕ ਹੁਕਮ ਹੈ। ਇਹ ਕਿਸ ਤਰ੍ਹਾਂ ਸਮਝ ਆਉਂਦੀ ਹੈ ਜੀ? ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜ ਕੇ ਇਹ ਸਮਝ ਆਉਂਦੀ ਹੈ ਜੀ ਕਿ ਸੁੱਖ ਦੁੱਖ ਇਹ ਪਰਮੇਸ਼ਰ ਦਾ ਹੀ ਇੱਕ ਭਾਣਾ ਹੈ ਜੀ, ਅਤੇ ਜਨਮ ਮਰਨ ਵੀ ਇਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹਉਮੈ ਅਤੇ ਮਾਇਆਵੀ ਵਿਕਾਰਾਂ ਵਿੱਚ ਸੁੱਖ ਨਹੀਂ, ਦੁੱਖ ਹੀ ਦੁੱਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉ ਮਨ ਦੀ ਮੱਤ ਹੈ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੀ ਮੱਤ ਉੱਤੇ ਹਉ ਦੀ ਮੈਲ ਲੱਗੀ ਹੋਈ ਹੈ ਜੀ, ਉਹਨਾਂ ਨੂੰ ਝੂਠੇ ਮਾਇਆਵੀ ਵਿਕਾਰਾਂ
ਰਸਾਂ ਦਾ ਸਵਾਦ ਪਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਦਾ ਭਾਵ ਇਹ ਹੈ ਜੀ ਕਿ ਸੰਸਾਰਿਕ ਬਿਰਤੀ ਵਾਲਾ ਮਨੁੱਖ ਪੱਕਾ ਜੁਆਰੀਆ ਹੈ ਜੀ, ਅਤੇ ਜੁਆਰੀ ਜੂਏ ਵਿੱਚ ਆਪਣਾ ਚਿੱਤ ਲਗਾਉਂਦਾ ਹੈ ਜੀ। ਭਾਵ ਮਾਇਆਵੀ ਵਿਕਾਰਾਂ ਵਿੱਚ, ਹਉਮੈ ਵਿੱਚ ਫਸਿਆ ਹੋਇਆ ਮਨੁੱਖ, ਉਸ ਨੂੰ ਕੁਛ ਹੋਰ ਚੰਗਾ ਨਹੀਂ ਲੱਗਦਾ ਜੀ, ਨਾ ਹੀ ਉਸਨੂੰ ਨਾਮ ਚੰਗਾ ਲੱਗਦਾ ਹੈ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਸਾਰ ਕੇ ਮਾਇਆਵੀ ਦੁਨਿਆਵੀ ਸੁੱਖ ਮੰਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਸ ਤਰ੍ਹਾਂ ਉਹ ਕਿਸ ਤਰ੍ਹਾਂ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾ ਸਿਮਰਨ ਦੀ ਕਮਾਈ ਨਾਲ ਸੁੱਖ, ਆਤਮਿਕ ਸੁੱਖ, ਅਸਲੀ ਸੁੱਖ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਹੜੇ ਮਨੁੱਖ ਆਪਣੇ ਗਲ ਵਿੱਚ ਵਿਕਾਰਾਂ ਦਾ ਹਾਰ ਪਰੋ ਲੈਂਦੇ ਹਨ ਜੀ, ਅਤੇ ਉਹਨਾਂ ਉੱਤੇ ਕਾਮ ਦੇ ਮਾਇਆਵੀ ਵਿਕਾਰਾਂ ਦਾ ਹੋਣਾ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂਆਂ ਦੀ ਸੱਚੀ ਬਾਣੀ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਗੁਣ ਗਾਉਣ ਤੇ ਗੁਰਮਤ ਦੁਆਰਾ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਵਸਾਉਣ ਦੀ ਲੋੜ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਮੂਹ ਸੁੱਖਾਂ ਦਾ, ਭਾਵ ਸਾਰੇ ਸੁੱਖਾਂ ਦਾ ਦਾਤਾ ਹੈ ਜੀ, ਖਜ਼ਾਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਜੀ ਦੇ ਨਾਲ ਰੱਬੀ ਦਰਗਾਹ ਵਿੱਚ ਜਾਂਦਾ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹਮੇਸ਼ਾ ਜੀਵ ਦੇ ਨਾਲ ਹੀ ਰਹਿੰਦਾ ਹੈ ਜੀ, ਇੱਥੇ ਵੀ ਤੇ ਅੱਗੇ ਵੀ, ਮਰਨ ਤੋਂ ਬਾਅਦ ਵੀ ਜੀ। ਫਿਰ ਗੁਰੂ ਜੀ ਕਹਿੰਦੇ, ਸਹੀ ਅਰਥਾਂ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਹੀ ਉਹ ਸੱਚੀ ਵਸਤੂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਬਾਕੀ ਸਾਰਾ ਤਾਂ ਖੇਡ, ਜਿਸ ਤਰ੍ਹਾਂ ਖੇਡ ਹੈ, ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਚੱਲੇ ਜੁਆਰੀ ਦੋਏ ਹੱਥ ਚਾਰ ਵਾਲੀ ਹੈ ਜੀ। ਫਿਰ ਵਾਹਿਗੁਰੂ ਜੀ ਨਾਲ ਲਿਵ ਜੋੜਨੀ ਸਭ ਤੋਂ ਉੱਤਮ, ਪਵਿੱਤਰ, ਨਿਰਮਲ ਸੇਵਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦਵੈਤ ਕਿਰਿਆਵਾਂ ਗੁਰਸ਼ਬਦ ਤੋਂ, ਗੁਰੂ ਦੇ ਗਿਆਨ ਤੋਂ ਦੂਰ ਲੈ ਜਾਂਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆਵੀ ਵਿਕਾਰਾਂ ਅਤੇ ਧੰਦਿਆਂ ਵਿੱਚ ਫਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਕੀ ਕੰਮਾਂ ਨਾਲ ਦੁੱਖ ਸੁੱਖ ਦੋਵੇਂ ਜੁੜੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਪਰਮੇਸ਼ਰ ਆਪਣੀ ਨਦਰ ਕਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਤਦੋਂ ਇਹ ਗੁਰਮੁਖ ਜੀਵਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਮਹਾਨਤਾ ਦਾ ਗਿਆਨ ਹੁੰਦਾ ਹੈ ਜੀ, ਸੋਝੀ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।